ਸਤਨਾਮ। ਵਾਹਿਗੁਰੂ ਸਾਹਿਬ ਜੀ। ਫਰੀਦਾ ਜਾਂ ਤੋਂ ਖਟਣ ਵੇਲ, ਤਾ ਤੂੰ ਰਤਾ ਦੁਨੀ ਸਿਉ। ਜਾਂ ਤੋ ਖਟਣ ਵੇਲ, ਤਾ ਤੂੰ ਰਤਾ ਦੁਨੀ ਸਿਉ। ਮਰਗ ਸਵਾਈ ਨੀ, ਜਾਂ ਭਰਿਆ ਤਾਂ ਲੱਦਿਆ। ਸਤਨਾਮ। ਵਾਹਿਗੁਰੂ ਸਾਹਿਬ ਜੀ। ਸਤਨਾਮ। ਵਾਹਿਗੁਰੂ ਸਾਹਿਬ ਜੀਓ। ਇਤ ਮਾਰਗ ਚੱਲੇ ਪਾਈੜੇ, ਗੁਰ ਕਹਿ ਸੁਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਪਾਓ ਜੀਓ। ਇਉ ਪਾਵੇਂ ਹਰ ਦਰ ਸਾਵੜਾ, ਨਹਿ ਲੱਗੈ ਤਤੀ ਵਾਓ ਜੀਓ। ਹਉ ਆਪੋ ਬੋਲ ਨ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ, ਹਉ ਰੱਜਾ ਤ੍ਰਿਪਤ ਆਗਾਏ ਜੀਓ। ਜੋ ਗੁਰ ਦੀਸੈ ਸਿਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਜੋ ਗੁਰ ਦੀਸੈ ਸਿਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਅਤੇ ਪਵਿੱਤਰ ਬਾਣੀ ਦੇ ਵਿੱਚੋਂ ਆਪ ਜੀ ਨੇ ਸ਼ਹੀਦਾਂ ਦੇ ਸਿਰ ਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੂਹੀ ਦੇ ਅੰਦਰ ਗੁਣਵੰਤੀ ਸਿਰਲੇਖ ਦੇ ਹੇਠ ਦਰਜ ਸ਼ਬਦ ਦਾ ਪਾਠ ਸ਼ਰਵਣ ਕੀਤਾ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਬਾਣੀ ਨੂੰ ਦੋ ਮਨੁੱਖਾਂ ਦੀ ਆਪਸੀ ਗੱਲਬਾਤ ਦੇ ਢੰਗ ਦੇ ਰੂਪ ਵਿੱਚ ਲਿਖਿਆ ਹੈ।
ਇਸ ਸ਼ਬਦ ਨੂੰ ਪੜ੍ਹਦਿਆਂ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਕੁਝ ਪੁੱਛ ਰਿਹਾ ਹੈ ਅਤੇ ਦੂਸਰਾ ਗੁਰਸਿੱਖ ਪਹਿਲੇ ਗੁਰਸਿੱਖ ਨੂੰ ਜਵਾਬ ਦੇ ਰਿਹਾ ਹੈ। ਇਹ ਸਤਿਗੁਰੂ ਜੀ ਦਾ ਲਿਖਣ ਢੰਗ ਹੈ। ਇਸ ਨੂੰ ਵਿਦਵਾਨਾਂ ਨੇ ਸੰਵਾਦ ਆਖਿਆ ਹੈ। ਸੰਵਾਦੀ ਢੰਗ ਭਾਵ ਬਾਣੀ ਨੂੰ ਉਸ ਰੂਪ ਵਿੱਚ ਲਿਖਣਾ ਕਿ ਪੜ੍ਹਦਿਆਂ ਇਉਂ ਪ੍ਰਤੀਤ ਹੋਏ ਕਿ ਜਿਵੇਂ ਕੋਈ ਇੱਕ ਇਨਸਾਨ ਸਵਾਲ ਕਰ ਰਿਹਾ ਹੈ ਅਤੇ ਦੂਸਰਾ ਜਵਾਬ ਦੇ ਰਿਹਾ ਹੈ। ਬਾਬਾ ਫਰੀਦ ਸਾਹਿਬ ਦੀ ਬਾਣੀ ਪੜ੍ਹੀਏ, ਉਹਦੇ ਵਿੱਚ ਵੀ ਉਹਨਾਂ ਨੇ ਇਸ ਢੰਗ ਨੂੰ ਵਰਤਿਆ ਹੈ। ਬਾਬਾ ਫਰੀਦ ਸਾਹਿਬ ਬਾਣੀ ਦੇ ਪਹਿਲੇ ਰਚਨਕਾਰ ਹਨ। ਜੇ ਅਸੀਂ ਇਤਿਹਾਸ ਦੀਆਂ ਮਿਤੀਆਂ ਦੇ ਮੁਤਾਬਕ ਦੇਖੀਏ ਤਾਂ ਬਾਬਾ ਫਰੀਦ ਸਾਹਿਬ ਉਹ ਹਸਤੀ ਹੈ ਜਿਸ ਨੇ ਪਹਿਲੀ ਵਾਰ ਬਾਣੀ ਦੀ ਛੋਹ ਨੂੰ ਇਸ ਧਰਤੀ ਤੇ ਲਿਆਂਦਾ ਸੀਗਾ। ਉਹਨਾਂ ਨੇ ਵੀ ਇਸ ਢੰਗ ਨੂੰ ਸਭ ਤੋਂ ਪਹਿਲਾਂ ਵਰਤੇ। ਉਹਨਾਂ ਦਾ ਬਚਨ ਹੈ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸ਼ੋ ਹੋ ਕਰੀ ਜਿਤ ਵਸ ਆਵੈ ਕੰਤ। ਨਿਮਣ ਸੋ ਅੱਖਰ, ਇਹ ਉਹਦਾ ਜਵਾਬ ਹੈ। ਨਿਮਣ ਸੋ ਅੱਖਰ, ਇਹ ਦੋਵੇਂ ਸ਼ਲੋਕ ਬਾਬਾ ਫਰੀਦ ਸਾਹਿਬ ਨੇ ਮੰਨ ਲਓ ਇਉਂ ਲਿਖੇ ਹਨ ਕਿ ਜਿਵੇਂ ਇੱਕ ਔਰਤ ਦੂਜੀ ਔਰਤ ਨੂੰ ਪੁੱਛ ਰਹੀ ਹੋਏ। ਜਿਹੜਾ ਸ਼ਬਦ ਅਸੀਂ ਵਿਚਾਰ ਰਹੇ ਹਾਂ, ਇਸ ਸ਼ਬਦ ਵਿੱਚ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਪੁੱਛ ਰਿਹਾ ਹੋਏ। ਬਾਬਾ ਫਰੀਦ ਸਾਹਿਬ ਨੇ ਉਹ ਗੱਲਬਾਤ ਨੂੰ ਦੋ ਇਸਤਰੀਆਂ ਦੇ ਰੂਪ ਵਿੱਚ ਲਿਖਿਆ ਹੈ। ਇੱਕ ਨੇ ਪੁੱਛਿਆ ਸਵਾਲ, ਦੂਜੀ ਨੇ ਜਵਾਬ ਦਿੱਤਾ। ਨਿਮਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਸੋ ਬਾਣੀ ਦੇ ਵਿੱਚ ਜੋ ਸਤਿਗੁਰੂ ਜੀ ਨੇ ਬਾਣੀ ਦਾ ਲਿਖਣ ਢੰਗ ਦਰਜ ਕੀਤਾ ਹੈ, ਬਾਣੀ ਨੂੰ ਸਮਝਣ ਤੋਂ ਪਹਿਲਾਂ ਉਹਦੇ ਤੱਕ ਸਾਡੀ ਪਹੁੰਚ ਹੋਣੀ ਬੜੀ ਜ਼ਰੂਰੀ ਹੈ। ਇਹ ਨਿਹਾਇਤ ਜ਼ਰੂਰੀ ਹੈ ਕਿਉਂਕਿ ਸਤਿਗੁਰੂ ਜੀ ਨੇ ਕੋਈ ਇੱਕ ਢੰਗ ਦੇ ਨਾਲ ਪਵਿੱਤਰ ਬਾਣੀ ਨੂੰ ਨਹੀਂ ਲਿਖਿਆ ਹੈ। ਉਸ ਵੇਲੇ ਜੋ ਆਮ ਲੋਕ ਰੰਗ ਪ੍ਰਚਲਿਤ ਸਨ, ਜਿਨ੍ਹਾਂ ਵਿੱਚ ਲੋਕ ਆਮ ਸੌਖੀ ਗੱਲ ਨੂੰ ਸਮਝਦੇ ਸਨ, ਸਤਿਗੁਰੂ ਜੀ ਨੇ ਉਹ ਸਾਰਾ ਕੁਝ ਉਸ ਸਮੇਂ ਦਾ ਬਾਣੀ ਦੇ ਵਿੱਚ ਵਰਤ ਕੇ ਤੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਈ ਹੈ। ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਕਰ ਹਲੇ। ਤੁਸੀਂ ਪੜ੍ਹਦਿਆਂ ਕਈ ਵਾਰ ਸੁਣਿਆ ਹੋਵੇਗਾ, ਕਰ ਹਲੇ। ਹਾਲਾਂਕਿ ਅੱਜ ਦੀ ਪੰਜਾਬੀ ਦੇ ਵਿੱਚ ਇਹ ਸ਼ਬਦ ਬਿਲਕੁਲ ਮਨਫੀ ਹੋ ਗਿਆ ਹੈ। ਸਾਡੇ ਘਰਾਂ ਦੇ ਵਿੱਚ ਬੋਲ ਚਾਲ ਦੇ ਵਿੱਚ ਇਹ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ਕਰਹਲੇ ਦਾ ਅਰਥ ਹੈ ਊਠਣੀ ਦਾ ਬੱਚਾ। ਊਠਣੀ ਦੇ ਬੱਚੇ ਨੂੰ ਕਰਹਲਾ ਆਖਿਆ ਜਾਂਦਾ ਹੈ। ਜਿਵੇਂ ਬਾਣੀ ਦੇ ਵਿੱਚ ਆਮ ਕਰਕੇ ਪੰਖੀਆਂ ਨੂੰ ਚੰਚਲ ਮੰਨਿਆ ਗਿਆ, ਬਾਣੀ ਵਿੱਚ ਪੰਖੀਆਂ ਦਾ ਦ੍ਰਿਸ਼ਟਾਂਤ ਚੰਚਲਤਾਈ ਦੇ ਰੂਪ ਵਿੱਚ ਵੀ ਆਇਆ। ਬਾਬਾ ਕਬੀਰ ਸਾਹਿਬ ਜੀ ਉਹਨੂੰ ਵਰਤੋਂ ਕਰਦੇ ਹਨ। ਇਵੇਂ ਸਤਿਗੁਰ ਨੇ ਪਵਿੱਤਰ ਬਾਣੀ ਦੇ ਅੰਦਰ ਜੋ ਊਠਣੀ ਦਾ ਬੱਚਾ ਹੈ ਉਸ ਨੂੰ ਚੰਚਲ ਮੰਨਿਆ ਹੈ ਤੇ ਉਹਦੀ ਚੰਚਲਤਾਈ ਦੀ ਚਰਚਾ ਇੱਕ ਬਹੁਤ ਵੱਡੇ ਇਲਾਕੇ 'ਚ ਹੁੰਦੀ ਸੀ। ਜਿਵੇਂ ਸਾਡੇ ਇਸ ਇਲਾਕੇ ਦੇ ਵਿੱਚ ਸਾਨੂੰ ਆਮ ਵੇਖਣ ਨੂੰ ਮਿਲਦਾ ਹੈ, ਸਾਡੇ ਘਰਾਂ ਦੇ ਵਿੱਚ ਮੱਝਾਂ ਤੇ ਗਾਵਾਂ ਆਮ ਨੇ। ਜਦੋਂ ਅਸੀਂ ਉਸ ਇਲਾਕੇ 'ਚ ਜਾਂਦੇ ਹਾਂ ਜਿਹੜਾ ਅਫਗਾਨ ਦਾ ਹੈ, ਜਿਸ ਨੂੰ ਅਸੀਂ ਅਰਬ ਆਖਦੇ ਹਾਂ, ਉਸ ਇਲਾਕੇ ਦੇ ਵਿੱਚ ਊਂਠ ਆਮ ਹੈ ਜਿਹਨੂੰ ਅਸੀਂ ਮਰੁਸਤਲ ਆਖਦੇ ਹਾਂ। ਸੋ ਸਤਿਗੁਰੂ ਜੀ ਉਸ ਇਲਾਕੇ 'ਚ ਗਏ। ਉਸ ਇਲਾਕੇ ਦੇ ਲੋਕ ਇੱਧਰ ਆਇਆ ਕਰਦੇ ਸਨ ਵਪਾਰ ਕਰਨ। ਉਦੋਂ ਇਵੇਂ ਸਰਹੱਦਾਂ ਨਹੀਂ ਸਨ ਜਿਵੇਂ ਅੱਜ ਹਨ। ਭਾਰਤ ਦਾ ਵੀ ਇੱਕ ਹਿੱਸਾ ਅੱਜ ਵੀ ਉਸ ਤਰ੍ਹਾਂ ਦਾ ਹੀ ਮਰੁਸਤਲ ਹੈ। ਸੋ ਉਹ ਜੀਵ ਆਮ ਕਰਕੇ ਪੰਜਾਬ ਦੀ ਧਰਤੀ ਤੇ ਵੇਖਿਆ ਜਾਂਦਾ ਸੀ। ਆਮ ਘਰਾਂ 'ਚ ਜਿਹੜਾ ਹੈ ਊਂਠ ਦੀ ਵਰਤੋਂ ਸੀ ਭਾਰ ਢੋਣ ਦੇ ਲਈ। ਤੋ ਉਹ ਸਾਡੀ ਪੰਜਾਬ ਦੀ ਧਰਤੀ ਦਾ ਇੱਕ ਜੀਵ ਸੀਗਾ ਜਿਹਦੇ ਤੇ ਲੋਕ ਵਪਾਰ ਕਰਿਆ ਕਰਦੇ ਸਨ। ਹੁਣ ਅੱਜ ਦੇ ਸੰਦਰਭ 'ਚ ਜੇ ਅਸੀਂ ਦੇਖਦੇ ਹਾਂ ਤੇ ਉਹ ਚੀਜ਼ ਲੁਪਤ ਹੋ ਚੁੱਕੀ ਹੈ, ਪਰ ਉਸ ਵੇਲੇ ਆਮ ਲੋਕਾਂ ਨੂੰ ਪਤਾ ਸੀਗਾ। ਉਹ ਬੱਚਾ ਬੜਾ ਚੰਚਲ ਹੋਇਆ ਕਰਦਾ ਸੀ। ਉਹਦੀ ਉਸ ਚੰਚਲਤਾ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਾਵਿ ਰੂਪ 'ਚ ਪਰੋਇਆ
ਕਿਉਂਕਿ ਜਿਹੜੇ ਲੋਕ ਊਂਠ ਰੱਖਿਆ ਕਰਦੇ ਸਨ ਉਹ ਉਹਨਾਂ ਨਾਲ ਜੋੜ ਕੇ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਹਨ ਲਿਖਿਆ ਕਰਦੇ ਸਨ। ਇਹ ਆਮ ਹੁੰਦਾ ਹੈ ਲੋਕਾਂ ਦੇ ਆਲੇ ਦੁਆਲੇ ਜਿਸ ਤਰ੍ਹਾਂ ਦੇ ਜੀਵ ਜੰਤ ਪਸ਼ੂ ਹੁੰਦੇ ਹਨ। ਜਿਵੇਂ ਤੁਸਾਂ ਨੇ ਛੋਟੇ ਬੱਚਿਆਂ ਨੂੰ ਪੜ੍ਹਦਿਆਂ ਇਹ ਆਮ ਸੁਣਿਆ ਹੋਏਗਾ, ਮੱਛੀ ਇੱਕ ਆਮ ਜੀ ਹੈ, ਜਿੱਥੇ ਪਾਣੀ ਹੈ ਉੱਥੇ ਮਿਲਦਾ ਹੈ ਤੇ ਪਾਣੀ ਹਰ ਥਾਂ ਤੇ ਹੈ। ਉਹਦੇ ਨਾਲ ਜੁੜੀ ਕਵਿਤਾ ਬੜੀ ਪ੍ਰਚਲਿਤ ਹੈ ਕਿ ਮਛਲੀ ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ। ਇਹ ਲੋਕ ਰੰਗ ਹੈ ਕਿ ਜਿਵੇਂ ਦੇ ਆਲੇ ਦੁਆਲੇ ਜੀਵ ਹੁੰਦੇ ਹਨ ਉਵੇਂ ਦੀਆਂ ਕਵਿਤਾਵਾਂ, ਉਵੇਂ ਦੇ ਲੋਕ ਰੰਗ ਲੋਕਾਂ ਦੇ ਮਨਾਂ ਦੇ ਵਿੱਚ ਵਸ ਜਾਂਦੇ ਹਨ। ਸੋ ਸਤਿਗੁਰੂ ਜੀ ਨੇ ਉਹਨੂੰ ਬਾਣੀ 'ਚ ਦਰਜ ਕੀਤਾ ਤੇ ਉਹ ਕਵਿਤਾ ਜਿਹੜੀ ਹੈ ਉਹਨੂੰ ਗੁਰਮਤਿ ਦੇ ਉਪਦੇਸ਼ ਦੇ ਰੂਪ ਵਿੱਚ ਵਰਤ ਰਿਹਾ। ਤਾਂ ਉੱਥੇ ਗੁਰਦੇਵ ਨੇ ਉਸ ਨੂੰ ਆਪਣੇ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਸ ਦੀ ਵਰਤੋਂ ਕੀਤੀ ਕਿ ਜਿਵੇਂ ਊਂਠ ਦਾ ਬੱਚਾ ਬੜਾ ਚੰਚਲ ਹੈ, ਇਵੇਂ ਇਨਸਾਨ ਤੇਰਾ ਮਨ ਵੀ ਬੜਾ ਚੰਚਲ ਹੈ। ਇਵੇਂ ਬਾਬਾ ਫਰੀਦ ਸਾਹਿਬ ਨੇ ਕੋਇਲ ਦੀ ਉਦਾਹਰਣ ਨੂੰ ਵਰਤਿਆ। ਆਮ ਸਾਡੇ ਘਰਾਂ ਦੇ ਵਿੱਚ ਜਾਂ ਸਾਡੇ ਬਾਹਰ ਸੰਘਣੇ ਪੇੜ ਹੋਇਆ ਕਰਦੇ ਸਨ, ਕੋਇਲਾਂ ਆਮ ਕੂਕਿਆ ਕਰਦੀਆਂ ਸਨ ਤੇ ਉਹਨਾਂ ਦੀ ਉਹ ਕੂਕ ਜਿਹੜੀ ਹੈ ਬੰਦਿਆਂ ਨੂੰ ਬੜੀ ਮਨਮੋਹਣੀ ਲੱਗਦੀ ਸੀ। ਬਾਬਾ ਫਰੀਦ ਸਾਹਿਬ ਨੇ ਉਹਦੇ ਇੱਕ ਗੁਣ ਤੋਂ ਉਹਦੇ ਨਾਲ ਇੱਕ ਅਵਗੁਣ ਜੋੜ ਕੇ ਇੱਕ ਬੜਾ ਵੱਡਾ ਉਪਦੇਸ਼ ਦਿੱਤਾ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇਰੀ ਆਵਾਜ਼ ਤੇ ਬੜੀ ਮਿੱਠੀ ਹੈ, ਤੇਰੀ ਆਵਾਜ਼ ਵਿੱਚ ਮਿੱਠਾਪਨ ਇੰਨਾ ਹੈ ਕਿ ਜਿੱਥੇ ਤੂੰ ਕੂਕਦੀ ਹੈ ਲੋਕਾਂ ਦੇ ਦਿਲਾਂ ਨੂੰ ਧੂ ਪਾ ਦੇਣੀ ਹੈ। ਪਰ ਜਦੋਂ ਮੈਂ ਤੇਰੇ ਰੰਗ ਵੱਲ ਵੇਖਦਾ ਤੇ ਤੇਰਾ ਰੰਗ ਤੇ ਕਾਲਾ ਸ਼ਾਹ ਹੈ, ਤੇਰੇ ਅੰਦਰ ਮਿਠਾਸ ਇੰਨੀ ਹੈ ਪਰ ਤੇਰੇ ਬਾਹਰ ਕਾਲਾ ਰੰਗ ਹੈ। ਹਾਲਾਂਕਿ ਉਹਦਾ ਕੋਈ ਅਵਗੁਣ ਨਹੀਂ, ਪਰ ਉਹਨੂੰ ਬਣਾ ਕੇ ਉਹਨਾਂ ਨੇ ਵਰਤਿਆ ਕਿਉਂਕਿ ਆਮ ਲੋਕ ਕੋਇਲ ਦੀ ਆਵਾਜ਼ ਨੂੰ ਸੁਣ ਕੇ ਮੋਹੇ ਜਾਂਦੇ ਸਨ। ਅੱਜ ਵੀ ਅਵਾਰਡ ਦਿੱਤੇ ਜਾਂਦੇ ਹਨ ਕੋਇਲ ਦੀ ਆਵਾਜ਼ ਦੇ ਨਾਂ ਤੇ। ਜਿਵੇਂ ਸਾਡੇ ਪੰਜਾਬ ਦੇ ਅੰਦਰ ਜਿਹਦੀ ਆਵਾਜ਼ ਬੜੀ ਪਿਆਰੀ ਹੋਵੇ ਉਹਨੂੰ ਆਖਿਆ ਜਾਂਦਾ ਹੈ ਕਿ ਇਹ ਤੇ ਕੋਇਲ ਵਰਗੀ ਹੈ, ਇਹਦੀ ਆਵਾਜ਼ ਕੋਇਲ ਵਰਗੀ। ਸੋ ਮੈਂ ਇਸ ਕਰਕੇ ਬੇਨਤੀ ਕੀਤੀ ਹੈ ਕਿ ਜਿੱਥੇ ਅਸੀਂ ਕੱਲਾ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਦੇ ਨਾਲ ਬਾਣੀ ਨੂੰ ਜਿਸ ਢੰਗ ਨਾਲ ਲਿਖਿਆ ਗਿਆ ਜੇ ਉਹ ਢੰਗ ਵੀ ਥੋੜਾ ਜਿਹਾ ਸਮਝ ਆਏਗਾ ਤੇ ਬਾਣੀ ਨੂੰ ਸਮਝਣ ਵਿੱਚ ਬੜਾ ਸੁਖੈਨ ਹੋਏਗਾ। ਤੋ ਮੂਲ ਰੂਪ ਚ ਬਾਣੀ ਚ ਸੰਵਾਦ ਹੈ। ਸੰਵਾਦ ਦਾ ਮਤਲਬ ਹੈ ਦੋ ਜਣਿਆਂ ਦੀ ਗੱਲ ਹੈ। ਜਦੋਂ ਤੁਸੀਂ ਪਾਠ ਕਰੋ ਤਾਂ ਆਪਣਾ ਧਿਆਨ ਇਸ ਪਾਸੇ ਕੇਂਦਰਿਤ ਕਰੋ ਕਿ ਇੱਥੇ ਦੋ ਪਾਤਰ ਕੰਮ ਕਰ ਰਹੇ ਨੇ। ਪਾਠ ਨੂੰ ਕਰਦੇ ਆ ਇੱਥੇ ਧਿਆਨ ਕੇਂਦਰਿਤ ਕਰੋ ਕਿ ਜਿਹੜੇ ਬਚਨ ਅਸੀਂ ਪੜ੍ਹ ਰਹੇ ਹਾਂ ਸਮਝ ਲਓ ਇੱਕ ਪਾਤਰ ਕਹਿ ਰਿਹਾ ਹੈ ਤੇ ਇੱਕ ਪਾਤਰ ਸੁਣ ਰਿਹਾ ਹੈ। ਇਹ ਦੋ ਗੱਲਾਂ ਨੂੰ ਜਦੋਂ ਅਸੀਂ ਧਿਆਨ 'ਚ ਰੱਖ ਕੇ ਪਾਠ ਨੂੰ ਕਰਾਂਗੇ ਫਿਰ ਗੱਲ ਸਾਨੂੰ ਸਵਾਲ ਜਵਾਬ 'ਚ ਸਮਝ ਆਏਗੀ। ਫਿਰ ਅਸੀਂ ਉਸ ਅਵਸਥਾ 'ਚ ਪਹੁੰਚਾਂਗੇ ਜਿਸ ਨੂੰ ਕਹਿੰਦੇ ਨੇ ਗੁਰੂ ਨਾਲ ਗੱਲਾਂ ਕਰਨੀਆਂ। ਗੱਲ ਦੋ ਬੰਦਿਆਂ ਦੇ ਵਿੱਚ ਹੀ ਹੋ ਸਕਦੀ ਹੈ। ਇਕੱਲਾ ਬੰਦਾ ਜੇ ਗੱਲ ਕਰੇ ਤੇ ਲੋਕੀ ਕਹਿੰਦੇ ਨੇ ਕਮਲਾ ਹੋ ਗਿਆ, ਬੁੜਬੁੜ ਕਰ ਰਿਹਾ। ਅੱਜ ਅਸੀਂ ਇਕੱਲੇ ਹਾਂ, ਅਸੀਂ ਪਾਠ ਨੂੰ ਇਕੱਲ ਰੂਪ 'ਚ ਕਰਦੇ ਹਾਂ। ਅਸੀਂ ਉਹਨੂੰ ਦੋਵਾਂ 'ਚ ਕਰਨਾ ਹੈ, ਦੋ ਪਾਤਰ ਬਣਾ ਕੇ ਕਿ ਇੱਕ ਗੁਰੂ ਹੈ ਇੱਕ ਅਸੀਂ ਹਾਂ। ਦੋਵਾਂ ਦੇ ਵਿੱਚ ਕੀ ਗੱਲਬਾਤ ਚੱਲ ਰਹੀ ਹੈ ਇਸ ਨੂੰ ਅਸੀਂ ਆਪਣੇ ਜੇਨ 'ਚ ਲੈਣਾ। ਸੋ ਮੈਂ ਬੇਨਤੀ ਕਰਾਂ ਕੱਲ ਦੇ ਬਚਨ ਦੇ ਵਿੱਚ ਜੋ ਅਸੀਂ ਵਿਚਾਰਿਆ ਸੀਗਾ ਉਹ ਇਹ ਸੀਗਾ ਕਿ ਇੱਕ ਗੁਰਸਿੱਖ ਨੇ ਆਪਣਾ ਸਵਾਲ ਜਿਹੜਾ ਹੈ ਦੂਜੇ ਗੁਰਸਿੱਖ ਦੇ ਸਾਹਮਣੇ ਰੱਖਿਆ। ਮੈਂ ਉਹਨੂੰ ਫੇਰ ਦੁਹਰਾ ਦੇਣਾ। ਸਵਾਲ ਕੀ ਰੱਖਿਆ ਸੀ? ਅੱਜ ਦੇ ਦੀਵਾਨ ਵਿੱਚ ਆਪਾਂ ਉਹਦਾ ਜਵਾਬ ਜੋ ਗੁਰਸਿੱਖ ਨੇ ਦਿੱਤਾ ਹੈ, ਲਿਖਿਆ ਗੁਰੂ ਨੇ ਹੈ ਪਰ ਦਿੱਤਾ ਗੁਰਸਿੱਖ ਨੇ ਹੈ, ਉਹ ਕੀ ਹੈ? ਪਹਿਲਾਂ ਸਵਾਲ ਨੂੰ ਲਈਏ। ਸਵਾਲ ਇਹ ਸੀਗਾ, ਜੋ ਦਿਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਈ ਜਿਉ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜਿਉ, ਸੋਈ ਦਸ ਉਪਦੇਸ਼ੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜਿਉ, ਏ ਮਨ ਤੈ ਕੂ ਡੇਵਸਾਂ ਮੈਂ ਮਾਰਗ ਦੇਹੋਂ ਬਤਾਏ ਜਿਉ, ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜਿਉ, ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ। ਇਹ ਇੱਕ ਗੁਰਸਿੱਖ ਵੱਲੋਂ ਸਵਾਲ ਸੀਗਾ ਕਿ ਮੈਨੂੰ ਉਸ ਰਸਤੇ ਦੀ ਸੋਝੀ ਦੇ
ਜਿਸ ਰਸਤੇ ਤੇ ਚੱਲਦਿਆਂ ਹੋਇਆਂ ਮੈਂ ਗੁਰੂ ਨਾਲ ਮਿਲਾਪ ਕਰ ਸਕਾਂ, ਮੇਰਾ ਮਨ ਗੁਰੂ ਅਤੇ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਜਾਵੇ। ਮੈਂ ਇੱਕ ਲੰਮਾ ਰਸਤਾ ਤੈਅ ਕਰਕੇ ਇਸ ਮੰਜ਼ਿਲ ਤੱਕ ਪਹੁੰਚਿਆ ਹਾਂ। ਮੈਂ ਇੱਕ ਲੰਮਾ ਰਸਤਾ ਤੈਅ ਕੀਤਾ ਹੈ, ਹੋ ਆਇਆ ਦੂਰੋਂ ਚੱਲ ਕੇ। ਤੇ ਮੈਂ ਕੱਲ ਬੇਨਤੀ ਕੀਤੀ ਸੀ, ਇਹ ਰਸਤਾ ਸਰੀਰ ਦਾ ਨਹੀਂ, ਇਹ ਪੈਂਡਾ ਸਰੀਰ ਦਾ ਨਹੀਂ, ਇਹ ਸੁਰਤ ਦਾ ਪੈਂਡਾ ਹੈ ਕਿ ਮੈਂ ਆਪਣੀ ਸੁਰਤ ਨੂੰ ਬੜੀ ਸੰਭਾਲ ਕੇ ਅਤੇ ਬੜੀ ਸਾਵਧਾਨੀ ਦੇ ਨਾਲ ਇੱਥੋਂ ਤੱਕ ਲੈ ਕੇ ਆਇਆ। ਭਾਵ ਇੱਥੋਂ ਤੱਕ ਲਿਆ ਕੇ ਮੈਂ ਇਹ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੀ ਸੁਰਤ ਨੂੰ ਗੁਰੂ ਅਤੇ ਪਰਮੇਸ਼ਰ ਦੇ ਹਵਾਲੇ ਕਰਨਾ ਹੈ, ਤਾਂ ਕਿ ਉਹ ਮੇਰੀ ਸੁਰਤ ਦੀ ਘਾੜਤ ਨੂੰ ਚੰਗਾ ਘੜ ਸਕਣ। ਅੱਗੇ ਹੁਣ ਗੁਰਸਿੱਖ ਕੀ ਜਵਾਬ ਦਿੰਦਾ ਹੈ? ਉਹ ਜਵਾਬ ਦਿੰਦਾ ਹੈ, ਇਤ ਮਾਰਗ ਚੱਲੇ ਪਾਈੜੇ। ਹੇ ਗੁਰਸਿੱਖਾ, ਤੂੰ ਮੇਰੇ ਕੋਲ ਰਸਤਾ ਪੁੱਛਿਆ ਸੀ ਤੇ ਆ ਫਿਰ ਤੈਨੂੰ ਮੈਂ ਰਸਤਾ ਦੱਸਦਾ ਵਾਂ, ਇਸ ਰਸਤੇ ਤੇ ਚੱਲ। ਕਿਹੜੇ ਤੇ? ਗੁਰ ਕਹਿ ਸੋ ਕਾਰ ਕਮਾਏ ਜਿਉ। ਜੋ ਗੁਰੂ ਕਹਿੰਦਾ ਹੈ ਉਹਨੂੰ ਤੂੰ ਕਮਾ। ਜੋ ਗੁਰੂ ਕਹਿੰਦਾ ਹੈ, ਗੁਰ ਕਹਿ ਸੋ ਕਾਰ ਕਮਾਏ ਜਿਉ। ਵੈਸੇ ਗੁਰੂ ਨੇ ਜੋ ਕਿਹਾ ਉਹ ਬੜਾ ਵਿਸ਼ਾਲ ਹੈ, ਪਰ ਉਸ ਨੂੰ ਸਾਡੇ ਗੁਰਸਿੱਖਾਂ ਨੇ ਤਿੰਨ ਬੰਦਾਂ ਦੇ ਵਿੱਚ ਲਿਖ ਦਿੱਤਾ ਹੈ। ਜੋ ਗੁਰੂ ਨੇ ਕਿਹਾ ਉਹ ਬੜਾ ਵਿਸ਼ਾਲ ਹੈ, ਸਮਝ ਲਓ ਉਹ 1430 ਅੰਗਾਂ ਤੇ ਲਿਖਿਆ ਹੋਇਆ ਹੈ, ਪਰ ਉਸ ਨੂੰ ਸੰਖੇਪ ਰੂਪ ਚ ਸਾਡੇ ਗੁਰਸਿੱਖਾਂ ਨੇ 3 ਪੰਕਤੀਆਂ ਚ ਲਿਖ ਦਿੱਤਾ ਹੈ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਭਾਵ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਚ ਤੂੰ ਧੀਰੇ ਧੀਰੇ ਕਮਾਈ ਜਾ। ਪਰ ਯਾਦ ਰੱਖਿਓ, ਇੱਥੇ ਨਾਲ ਦੀ ਨਾਲ ਗੁਰਸਿੱਖ ਨੇ 2 ਗੱਲਾਂ ਨੂੰ ਇਕੱਠਾ ਜੋੜ ਕੇ ਲਿਖਿਆ ਹੈ। ਇੱਕ ਤੇ ਕਿਹਾ ਗੁਰ ਕੀ ਕਾਰ ਕਮਾਏ, ਤੇ ਦੂਜਾ ਆਖਿਆ ਤੇ ਆਗੇ ਮਨ ਕੀ ਮਤੜੀ, ਨਾਲ ਆਖਿਆ ਆਪਣੇ ਮਨ ਦੀ ਮਤ ਨੂੰ ਤਿਆਗ। ਅੱਜ ਮੈਂ ਕੇਵਲ ਇਸ ਗੱਲ ਤੇ ਹੀ ਚਰਚਾ ਕਰਾਂਗਾ ਬਾਣੀ ਚੋਂ ਕਿ ਇਹ ਦੋਵੇਂ ਕੰਮ ਇਕੱਠੇ ਹੋਣਗੇ ਜਾਂ ਇੱਕ ਕੰਮ ਪਹਿਲਾਂ ਹੋਵੇਗਾ, ਇੱਕ ਬਾਅਦਾਂ ਚ ਹੋਏਗਾ, ਜਾਂ ਇੱਕ ਨੂੰ ਹੀ ਕਰਨ ਦੀ ਲੋੜ। ਦੇਖੋ 2 ਕੰਮ ਹੈ। ਇੱਕ ਕੰਮ ਹੈ ਗੁਰੂ ਦੀ ਕਾਰ ਨੂੰ ਕਮਾਉਣਾ, ਇੱਕ ਕੰਮ ਹੈ ਆਪਣੇ ਮਨ ਦੀ ਮਤ ਨੂੰ ਤਿਆਗਣਾ। ਪਹਿਲਾ ਸਵਾਲ ਇਹ ਹੈ ਕਿ ਇਹ ਦੋਵੇਂ ਕੰਮ ਇਕੱਠੇ ਹੋਣਗੇ। ਦੂਜਾ ਸਵਾਲ ਇਹ ਹੈ ਕਿ ਇੱਕ ਪਹਿਲਾਂ ਕਰਨਾ ਪਏਗਾ, ਦੂਜਾ ਬਾਅਦਾਂ ਚ ਕਰਨਾ ਪਏਗਾ। ਤੀਜਾ ਇਹ ਸਵਾਲ ਹੈ ਕਿ ਇੱਕ ਨੂੰ ਕਰ ਲਈਏ, ਦੂਜਾ ਆਪਣੇ ਆਪ ਹੋ ਜਾਏਗਾ। ਬਾਣੀ ਨੂੰ ਪੜ੍ਹਦਿਆਂ ਜਿਵੇਂ ਮੈਨੂੰ ਸਮਝ ਲੱਗੀ, ਮੈਂ ਇਹ ਸਵਾਲ ਦਾ ਜਵਾਬ ਤੁਹਾਡੇ ਸਾਹਮਣੇ ਰੱਖਣ ਲੱਗਾ, ਕਿਉਂਕਿ ਅਸੀਂ ਸਾਰੇ ਇਸ ਰਸਤੇ ਤੇ ਚੱਲ ਰਹੇ ਹਾਂ ਤੇ ਇਸ ਰਸਤੇ ਤੇ ਚੱਲਣਾ ਪੈਣਾ। ਇਹੀ ਸਿੱਖੀ ਦਾ ਰਸਤਾ ਹੈ, ਇਸ ਨੂੰ ਛੱਡ ਕੇ ਹੋਰ ਕੋਈ ਰਸਤਾ ਹੈ ਹੀ ਨਹੀਂ। ਤਾਂ ਗੁਰਦੇਵ ਨੇ ਆਸਾ ਕੀ ਵਾਰ ਦੇ ਵਿੱਚ ਇੱਕ ਉਦਾਹਰਣ ਵਰਤੀ ਹੈ। ਉਸ ਉਦਾਹਰਣ ਨੂੰ ਅਸੀਂ ਸਮਝ ਲਈਏ ਤੇ ਇਹ ਸਾਡੇ ਇਹਨਾਂ 3 ਸਵਾਲਾਂ ਦਾ ਜਵਾਬ ਮਿਲੇਗਾ ਕਿ ਕਿਵੇਂ ਅਸੀਂ ਇਸ ਕੰਮ ਨੂੰ ਕਰਨਾ ਹੈ। ਕੰਮ 2 ਨੇ, ਪਰ ਕਰਨ ਦੇ 3 ਤਰੀਕੇ ਨੇ। ਉਹਨਾਂ 3 ਤਰੀਕਿਆਂ ਚੋਂ ਕਿਹੜਾ ਤਰੀਕਾ ਅਸੀਂ ਅਪਣਾਵਾਂਗੇ? ਪਹਿਲੇ ਵਾਲਾ, ਦੂਜੇ ਵਾਲਾ ਜਾਂ ਤੀਜੇ ਵਾਲਾ? ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਚ ਲਿਖਿਆ ਹੈ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਹੁਣ ਇਸ ਉਦਾਹਰਣ ਨੂੰ ਤੁਸੀਂ ਇਸ ਚੀਜ਼ ਨਾਲ ਜੋੜ ਕੇ ਦੇਖਿਓ। ਉੱਥੇ 2 ਕੰਮ ਨੇ। ਇੱਕ ਚੀਜ਼ ਪਹਿਲਾਂ ਪਈ ਹੋਈ ਹੈ, ਇੱਕ ਚੀਜ਼ ਉਹ ਹੈ ਜਿਹੜੀ ਆਪਾਂ ਪਾਉਣੀ ਹੈ, ਦੁਬਾਰਾ ਲੈ ਕੇ ਆਉਣੀ ਹੈ। ਇਵੇਂ ਹੀ ਇੱਥੇ ਵੀ 2 ਹੀ ਚੀਜ਼ਾਂ ਨੇ। ਇੱਕ ਆਪਣੀ ਮੱਤ ਹੈ ਜਿਹਨੂੰ ਆਖਿਆ ਹੈ ਮਨ ਕੀ ਮਤੜੀ, ਇੱਕ ਗੁਰੂ ਦੀ ਮੱਤ ਹੈ ਜਿਹਨੂੰ ਆਖਿਆ ਗੁਰੂ ਦੀ ਮੱਤ। ਇੱਥੇ ਵੀ 2 ਹੀ ਚੀਜ਼ਾਂ। ਉੱਥੇ ਸਤਿਗੁਰ ਨੇ ਵੇਖੋ ਕਿੱਡਾ ਸਪਸ਼ਟ ਲਿਖਿਆ ਹੈ, ਕਹਿਣ ਲੱਗੇ ਪਹਿਲੀ ਵਸਤੂ ਨੂੰ ਕੱਢੇਗਾ ਤਾਂ ਹੀ ਦੂਜੀ ਵਸਤੂ ਆ ਕੇ ਟਿਕੇਗੀ। ਵਸਤੂ ਅੰਦਰ ਵਸਤ ਸਮਾਵੈ। ਉੱਥੇ ਵਸਤੂ ਦਾ ਭਾਵ ਕਿਸੇ ਚੀਜ਼ ਵਿੱਚ ਕੋਈ ਚੀਜ਼ ਤਾਂ ਹੀ ਸਮਾ ਸਕਦੀ ਹੈ ਜੇ ਪਹਿਲਾਂ ਉਹਦੇ ਵਿੱਚ ਪਈ ਹੋਈ ਚੀਜ਼ ਨੂੰ ਕੱਢੀਏ। ਜਿਵੇਂ ਜੱਗ ਵਿੱਚ ਪਾਣੀ ਹੈ, ਜੇ ਦੁੱਧ ਪਾਉਣਾ ਤੇ ਪਾਣੀ ਨੂੰ ਉਹਦੇ ਚੋਂ ਕੱਢਣਾ ਪਏਗਾ। ਜੇ ਦੋਵਾਂ ਨੂੰ ਇਕੱਠਾ ਕਰਾਂਗੇ ਜਾਂ ਉਹ ਰਲਗੱਡ ਹੋ ਜਾਏਗਾ ਜਾਂ ਡੁੱਲ ਜਾਏਗਾ। ਇਵੇਂ ਸਤਿਗੁਰ ਨੇ ਇਹ ਗੱਲ ਕਹੀ,
ਕਹਿੰਦੇ ਪਹਿਲਾਂ ਤੂੰ ਜੋ ਪਹਿਲਾਂ ਪਿਆ ਹੋਇਆ ਉਹਨੂੰ ਕੱਢ। ਇਹਦਾ ਮਤਲਬ ਹੈ ਸਾਨੂੰ ਕੀ ਕਰਨਾ ਪਏਗਾ? ਪਹਿਲਾਂ ਸਾਨੂੰ ਪਹਿਲਾਂ ਸ਼ੁਰੂਆਤ ਇੱਥੋਂ ਕਰਨੀ ਪਏਗੀ, ਤਿਆਗੇ ਮਨ ਕੀ ਮਤੜੀ। ਜਦੋਂ ਮਨ ਦੀ ਮਤ ਨੂੰ ਤਿਆਗਾਂਗੇ, ਭਾਂਡਾ ਖਾਲੀ ਕਰਾਂਗੇ, ਉਸ ਤੋਂ ਬਾਅਦ ਫਿਰ ਸਾਨੂੰ ਲੋੜ ਮਹਿਸੂਸ ਹੋਏਗੀ ਕਿ ਅੰਦਰੋਂ ਕੁਝ ਖਾਲੀ ਹੋਇਆ, ਜਗ੍ਹਾ ਖਾਲੀ ਨਹੀਂ ਹੈ। ਦੱਸੋ ਕਿਵੇਂ ਮਹਿਸੂਸ ਹੋਏਗਾ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਹੈ? ਢਿੱਡ ਭਰਿਆ ਹੋਇਆ ਹੈ, ਭੁੱਖ ਨਹੀਂ ਹੈ, ਕਿਵੇਂ ਮਹਿਸੂਸ ਹੋਏਗਾ ਕਿ ਮੈਂ ਕੋਈ ਚੀਜ਼ ਖਾਵਾਂ? ਸੋ ਬੇਨਤੀ ਕਰਾਂ, ਮੈਂ ਬਾਣੀ ਚੋਂ ਇਸ ਸਵਾਲ ਦਾ ਜਵਾਬ ਤੁਹਾਡੇ ਸਾਹਮਣੇ ਰੱਖ ਰਿਹਾ ਕਿਉਂਕਿ ਅਸੀਂ ਸ਼ੁਰੂਆਤ ਕਰਨੀ ਹੈ। ਇਸੇ ਨੂੰ ਗੁਰਦੇਵ ਨੇ ਮਨ ਕੀ ਮਤ ਦੇ ਤਿਆਗਣ ਨੂੰ ਕੀ ਆਖਿਆ? ਗੁਰੂ ਨੇ ਪਹਿਲਾਂ ਮਰਨ ਕਬੂਲ ਕਰ। ਇਹਨੂੰ ਇਉਂ ਹੀ ਆਖਿਆ ਗੁਰੂ ਨੇ ਕਿ ਪਹਿਲਾਂ ਮਰਨਾ। ਹੁਣ ਮਰਨਾ ਕੀ ਹੈ? ਕਿਹੜੀ ਚੀਜ਼ ਨੂੰ ਮਾਰਨਾ ਹੈ? ਉਥੇ ਮਾਰਨ ਦੀ ਗੱਲ ਹੈ, ਪਹਿਲਾਂ ਆਪਣੀ ਮਤ ਨੂੰ ਮਾਰਨ ਦੀ ਗੱਲ ਕਰ। ਇੱਥੋਂ ਸ਼ੁਰੂਆਤ ਕਰ, ਪਹਿਲਾਂ ਮਰਨ ਕਬੂਲ ਕਰ। ਜੀਵਨ ਕੀ ਛੱਡ ਆਸ। ਜਿਹੜੀ ਮਤ ਨਾਲ ਤੂੰ ਜੀ ਰਿਹਾ ਹੈ, ਇਸ ਮਤ ਨਾਲ ਜੀਵਨ ਦੀ ਆਸ ਛੱਡ ਦੇ। ਇਹਦੇ ਨਾਲ ਚੰਗਾ ਜੀਵਨ ਨਹੀਂ ਜੀਆ ਜਾ ਸਕਦਾ, ਇਹ ਗਾਰੰਟੀ ਹੈ। ਇਹ ਗੁਰੂ ਕਹਿ ਰਿਹਾ ਹੈ, ਇਹਨੂੰ ਛੱਡ, ਇਹਨੂੰ ਤਿਆਗ। ਸੋ ਪਹਿਲਾਂ ਗੁਰਦੇਵ ਨੇ ਆਖਿਆ ਆਪਣੀ ਮਨ ਦੀ ਮਤ ਨੂੰ ਤਿਆਗ। ਬਾਬਾ ਕਬੀਰ ਸਾਹਿਬ ਨੇ ਇਹਨੂੰ ਇਉਂ ਲਿਖਿਆ, ਉਹਨਾਂ ਨੇ ਇਸ ਗੱਲ ਨੂੰ ਇਉਂ ਲਿਖਿਆ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ, ਗੱਲ ਇੱਕ ਹੀ ਹੈ, ਉਹਨੂੰ ਲਿਖਣ ਦੇ ਢੰਗ ਕਈ ਨੇ ਬਾਣੀ 'ਚ। ਉਹਨਾਂ ਨੇ ਇਹਨੂੰ ਵਿਆਹ ਦੇ ਨਾਲ ਜੋੜ ਕੇ ਲਿਖਿਆ ਇਸੇ ਹੀ ਗੱਲ ਨੂੰ। ਉਹ ਕਹਿੰਦੇ ਨੇ ਮੇਰੀ ਜਿਹੜੀ ਪਹਿਲਾਂ ਵਾਲੀ ਘਰ ਵਾਲੀ ਸੀ ਨਾ, ਉਹ ਮਰ ਗਈ ਆ। ਉਹਨਾਂ ਨੇ ਇਸ ਤਰ੍ਹਾਂ ਲਿਖਿਆ ਹੈ, ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਭਲੀ ਸਰੀ ਮੂਈ ਮੇਰੀ ਪਹਿਲੀ ਬਰੀ। ਜਿਹੜੀ ਮੇਰੀ ਪਹਿਲਾਂ ਵਰੀ ਹੋਈ ਘਰ ਵਾਲੀ ਸੀ ਨਾ, ਉਹ ਮਰ ਗਈ ਹੈ। ਉਥੇ ਪਹਿਲਾਂ ਘਰ ਵਾਲੀ ਮਰ ਗਈ, ਉਹਦਾ ਭਾਵ ਹੈ ਜਿਹੜੀ ਮਤ ਮੈਂ ਪਹਿਲਾਂ ਗ੍ਰਹਿਣ ਕੀਤੀ ਸੀ ਨਾ, ਉਹਨੂੰ ਮੈਂ ਮਾਰ ਦਿੱਤਾ ਹੈ, ਉਹਨੂੰ ਛੱਡ ਦਿੱਤਾ ਹੈ। ਉਹ ਕਹਿੰਦੇ ਨੇ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜਿਉ ਮੇਰੀ ਅਬ ਕੀ ਧਰੀ। ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਸਹੁਰੇ ਪਈਏ ਬੁਰੀ, ਅਬ ਕੀ ਸਰੂਪ ਸੁਜਾਤ ਸੁਲੱਖਣੀ, ਸਹਿਜੇ ਉਦਰ ਧਰੀ। ਗੱਲ ਹੋਈ ਹੈ। ਇਹੀ ਗੱਲ ਬਾਬਾ ਕਬੀਰ ਸਾਹਿਬ ਕਹਿ ਰਹੇ ਨੇ। ਉਹਨਾਂ ਦੇ ਕਹਿਣ ਦਾ ਥੋੜਾ ਜਿਹਾ ਤਰੀਕਾ ਹੋਰ ਹੈ। ਉਹਨਾਂ ਨੇ ਢੰਗ ਵਰਤਿਆ ਵਿਆਹ ਵਾਲਾ ਕਿ ਜਿਹੜੀ ਮੇਰੀ ਪਹਿਲਾਂ ਵਾਲੀ ਘਰ ਵਾਲੀ ਸੀ ਨਾ, ਉਹ ਚੰਗੀ ਨਹੀਂ ਸੀ, ਉਹ ਮੇਰੇ ਘਰ ਨੂੰ, ਇਸ ਸਰੀਰ ਰੂਪੀ ਘਰ ਨੂੰ ਸੰਭਾਲਦੀ ਨਹੀਂ ਸੀ, ਸਗੋਂ ਬਰਬਾਦ ਕਰ ਰਹੀ ਸੀ, ਇਹਦਾ ਵਿਨਾਸ਼ ਕਰ ਰਹੀ ਸੀ। ਮੈਂ ਉਸ ਘਰ ਵਾਲੀ ਨੂੰ ਮਾਰ ਦਿੱਤਾ ਹੈ ਤੇ ਜਿਹੜੀ ਦੂਜੀ ਘਰ ਵਾਲੀ ਹੈ ਉਹ ਮੈਂ ਕਰ ਲਈ ਹੈ, ਉਹ ਬੜੀ ਸਿਆਣੀ ਹੈ, ਬੜੀ ਚੰਗੀ ਹੈ। ਤੇ ਇਸੇ ਕਰਕੇ ਕਹਿ ਰਿਹਾ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਹੁਣ ਜਿਹੜੀ ਮੈਂ ਘਰ ਵਾਲੀ ਕੀਤੀ, ਜਿਹੜੀ ਨਵੀਂ ਮੱਤ ਲਈ ਹੈ ਗੁਰੂ ਵਾਲੀ, ਇਹ ਜੀਂਦੀ ਰਵੇ। ਸੋ ਬੇਨਤੀ ਫਿਰ ਪ੍ਰਵਾਨ ਕਰਿਓ ਕਿ ਸ਼ੁਰੂਆਤ ਮਨ ਕੀ ਮਤ ਨੂੰ ਤਿਆਗਣ ਤੋਂ ਹੀ ਕਰਨੀ ਪੈਣੀ ਹੈ। ਮਨ ਕੀ ਮਤ, ਭਾਂਡਾ ਖਾਲੀ ਕਰਾਂਗੇ, ਫਿਰ ਦੂਜੇ ਬੰਨੇ ਤੁਰਨਾ ਪਏਗਾ। ਫਿਰ ਜਦੋਂ ਖਾਲੀ ਹੋਵੇਗਾ ਅੰਦਰੋਂ, ਫਿਰ ਮਹਿਸੂਸ ਹੋਏਗਾ ਕਿ ਮੈਂ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਨਾ, ਲੈਣਾ। ਇਤਿਹਾਸ 'ਚ ਇੱਕ ਸਾਖੀ ਆਉਂਦੀ ਹੈ, ਉਹਦਾ ਮੈਂ ਜ਼ਿਕਰ ਇਹਦੇ ਨਾਲ ਜੋੜ ਕੇ ਕਰਨ ਲੱਗਾ। ਗੁਰੂ ਅਰਜਨ ਸਾਹਿਬ ਮਹਾਰਾਜ ਵੇਲੇ ਦੀ ਸਾਖੀ ਹੈ। ਇੱਕ ਬੜਾ ਹੀ ਧਨਾੜ ਬੰਦਾ, ਜਿਹੜਾ ਬਹੁਤ ਵੱਡੇ ਇਲਾਕੇ ਦਾ ਚੌਧਰੀ ਹੈ ਤੇ ਉਸ ਵੇਲੇ ਦੇ ਪੀਰਖਾਨਿਆਂ ਦਾ ਉਹ ਮੁਖੀ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਉਹਦੇ ਸ਼ਰਧਾਲੂ ਨੇ, ਉਹਦੇ ਕੋਲ ਆਉਂਦੇ ਨੇ, ਉਹਦੀ ਬੜੀ ਵਾਹ ਵਾਹ ਹੈ। ਉਹਦੇ ਕੋਲ ਧਨ ਦੌਲਤ ਵੀ ਬੜੀ ਹੈ ਤੇ ਉਹਦੇ ਕੋਲ ਇੱਜ਼ਤ ਮਾਣ ਵੀ ਬੜਾ ਹੈ। ਪਰ ਮਨ ਨੂੰ ਉਹਦੇ ਠੋਕਰ ਲੱਗ ਗਈ। ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰ ਤੇ ਗਿਆ। ਇਲਾਕੇ 'ਚ ਉਹਦੀ ਬੜੀ ਵਾਹ ਵਾਹ ਹੈ, ਬੜਾ ਨਾਮ ਹੈ। ਤੇ ਜਾ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ, ਮਹਾਰਾਜ ਤੁਹਾਡੀ ਸਿੱਖੀ ਚਾਹੀਦੀ ਹੈ। ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹਦੇ ਬਾਰੇ ਬਿਲਕੁਲ ਹਰ ਇੱਕ ਚੀਜ਼ ਪਤਾ ਹੈ, ਕਿਉਂਕਿ ਉਹ ਇਲਾਕੇ ਦਾ ਇੱਕ ਨਾਮਵਾਰ ਬੰਦਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਉਹਨੂੰ ਅੱਗਿਓਂ ਇੱਕ ਉਦਾਹਰਣ ਦਿੰਦੇ ਨੇ। ਉਦਾਹਰਣ ਕੀ? ਕਹਿੰਦੇ ਕਿਸਾਨ ਨੇ ਖੇਤ ਬੀਜਿਆ ਹੋਇਆ, ਉਹਦੇ 'ਚ ਬੀਜ ਲਾਏ ਹੋਣ, ਬੀਜ ਉੱਗ ਰਹੇ ਹੋਣ, ਤੇ ਕੋਈ ਉਸ ਨੂੰ ਆਖੇ
ਕਿ ਇਹਦੇ ਉੱਪਰ ਤੂੰ ਦੂਜੀ ਫਸਲ ਬੀਜਦੇ, ਇਹਨੂੰ ਵਾਹ ਕੇ 2 ਹੋ ਜਾਣਗੀਆਂ, ਕੀ ਹੋਏਗਾ? ਤਾਂ ਅੱਗਿਓਂ ਉਹ ਆਖਣ ਲੱਗਾ, ਨਾ ਪਹਿਲੀ ਰਹੇਗੀ ਨਾ ਦੂਜੀ ਰਹੇਗੀ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਬਸ ਇਹੀ ਹਾਲ ਤੇਰਾ ਹੀ। ਜੋ ਪਹਿਲਾਂ ਬੀਜ ਬੀਜੇ ਨੇ ਉਸ ਬੀਜ ਨੂੰ ਜਾਂ ਤੇ ਵੱਢ ਲੈ ਤੇ ਜਾਂ ਪੁੱਟ ਦੇ ਜਾਂ ਵਿਨਾਸ਼ ਕਰ ਦੇ। ਭਾਵ ਪਹਿਲਾਂ ਜਿਹੜੀ ਮੱਤ ਤੂੰ ਗ੍ਰਹਿਣ ਕੀਤੀ ਹੈ ਉਸ ਨੂੰ ਬਿਲਕੁਲ ਖਤਮ ਕਰ ਦੇ। ਉਸਨੇ ਇਸ ਗੱਲ ਨੂੰ ਸਮਝਿਆ। ਉਸਨੇ ਆਪਣੇ ਘਰੇ ਜਾ ਕੇ ਆਪਣਾ ਪੀਰਖਾਨਾ ਢਾਹ ਦਿੱਤਾ। ਜੋ ਕਰਦਾ ਸੀਗਾ ਉਸਨੇ ਸਾਰਾ ਕੁਝ ਛੱਡ ਦਿੱਤਾ। ਉਹਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ, ਪਰ ਉਹਨੇ ਸਾਰਾ ਕੁਝ ਕਰਕੇ ਗੁਰੂ ਦੀ ਸਿੱਖੀ ਨੂੰ ਕਮਾਇਆ, ਕਿਉਂਕਿ ਰਸਤਾ ਹੀ ਇਹ ਹੈ, ਢੰਗ ਹੀ ਇਹ ਹੈ। ਸੋ ਮੈਂ ਫਿਰ ਬੇਨਤੀ ਕਰਾਂ, ਗੁਰਸਿੱਖ ਜਵਾਬ ਦੇ ਰਿਹਾ ਹੈ ਕਿ ਉਸ ਰਸਤਾ, ਔਰ ਜਿਹੜਾ ਰਸਤਾ ਇੱਕ ਗੁਰਸਿੱਖ ਨੇ ਦੂਜੇ ਗੁਰਸਿੱਖ ਨੂੰ ਦੱਸਿਆ ਉਹ ਕਿਹੜਾ ਹੈ? ਸ਼ੁਰੂਆਤ ਕੀਤੀ ਹੈ, ਕਹਿੰਦੇ ਇਤ ਮਾਰਗ ਚੱਲੇ ਪਾਈੜੇ, ਗੁਰ ਕਹਿ ਸੋ ਕਾਰ ਕਮਾਏ। ਜੀਓ ਆ ਰਸਤਾ ਹੀ, ਜੋ ਗੁਰੂ ਕਹਿੰਦਾ ਉਹਨੂੰ ਕਮਾ ਲੈ। ਤਿਆਗੇ ਮਨ ਕੀ ਮਤੜੀ, ਸ਼ੁਰੂਆਤ ਮਨ ਦੀ ਮਤ ਨੂੰ ਤਿਆਗਣ ਤੋਂ ਕਰਨੀ ਪੈਣੀ ਹੈ। ਬੇਨਤੀ ਕੀਤੀ ਸੀ ਕਿ ਇਸ ਕੰਮ ਨੂੰ ਕਰਨ ਲਈ 3 ਤਰੀਕੇ ਨੇ। ਕਿ ਇਹ ਕੰਮ ਦੋਵੇਂ ਇਕੱਠੇ ਹੋਣਗੇ, ਜਾਂ ਇੱਕ ਕੰਮ ਪਹਿਲਾਂ ਕਰਨਾ ਪਏਗਾ, ਦੂਜਾ ਬਾਅਦਾਂ 'ਚ ਕਰਨਾ ਪਏਗਾ, ਜਾਂ ਇੱਕ ਹੀ ਕਰਨ ਦੀ ਜ਼ਰੂਰਤ ਹੈ। ਤਾਂ ਇਹਦਾ ਜਵਾਬ ਇਹ ਹੈ ਕਿ ਪਹਿਲਾਂ ਸਾਨੂੰ ਮਨ ਦੀ ਮਤ ਤਿਆਗਣੀ ਪਏਗੀ, ਉਸ ਤੋਂ ਬਾਅਦ ਗੁਰੂ ਦੀ ਮਤ ਗ੍ਰਹਿਣ ਕਰਨੀ ਪਏਗੀ। ਪਰ ਸਤਿਗੁਰ ਨੇ ਇਸ ਨੂੰ ਬੜਾ ਕਠਿਨ ਮੰਨਿਆ, ਇਹ ਕੰਮ ਨੂੰ ਬੜਾ ਕਠਿਨ ਮੰਨਿਆ। ਮਤਾ ਸੋਚਣਾ ਕਿ ਇਹ ਸੌਖਾ ਹੈ, ਇਹਨੂੰ ਗੁਰਦੇਵ ਨੇ ਬਾਣੀ ਵਿੱਚ ਸਭ ਤੋਂ ਕਠਿਨ ਕੰਮ ਆਖਿਆ। ਉਹ ਕਹਿੰਦੇ ਨੇ, ਇੱਕ ਬਚਨ ਆਉਂਦਾ ਸਤਿਗੁਰੂ ਜੀ ਕਾ, ਕਹਿਣ ਲੱਗੇ ਮਨ ਕੀ ਮਤ ਤਿਆਗੋ ਹਰ ਜਨ, ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ। ਕਠੈਨੀ ਦਾ ਮਤਲਬ ਹੈ ਕਠਨ। ਗੁਰਦੇਵ ਕਹਿੰਦੇ ਬੜਾ ਕਠਿਨ ਕੰਮ ਹੈ। ਕਿੰਨਾ ਕੁ ਕਠਿਨ ਕੰਮ ਹੈ? ਇਸ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਇਉਂ ਆਖਿਆ ਕਿ ਸਮਝ ਲਓ ਇਹ ਤੇ ਉਹ ਹੈ, ਕਿਸੇ ਬੰਦੇ ਨੂੰ ਕਹੋ ਖੰਡੇ ਦੀ ਧਾਰ ਤੇ ਚੱਲ, ਜਾਂ ਕਿਸੇ ਬੰਦੇ ਨੂੰ ਉਹ ਕਹਿ ਕਿ ਆ ਵਾਲਾਂ ਰੂਪੀ ਵਾਲ ਖਿੱਚ ਕੇ ਬੰਨ ਦਿੱਤੇ ਨੇ ਤੇ ਇਹਦੇ ਉੱਤੇ ਤੁਰ। ਜਿਵੇਂ ਕੋਈ ਬੰਦਾ ਖੰਡੇ ਦੀ ਧਾਰ ਤੇ ਬਹੁਤ ਕਠਿਨ ਤਰੀਕੇ ਦੇ ਨਾਲ ਤੁਰਦਾ ਹੈ, ਇਵੇਂ ਇਹ ਕੰਮ ਬੜਾ ਕਠਿਨ ਹੈ। ਇਹਨੂੰ ਗੁਰੂ ਜੀ ਨੇ ਇਉਂ ਲਿਖਿਆ ਹੈ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣ। ਇਹ ਰਸਤਾ ਬੜਾ ਕਠਿਨ ਹੈ, ਬੜਾ ਔਖਾ ਹੈ। ਆਪਣੀ ਮਤ ਨੂੰ ਤਿਆਗਣਾ, ਇਹਦਾ ਭਾਵ ਹੈ ਸਮਝ ਲਓ ਜੋ ਤੁਹਾਡੇ ਅੰਦਰ ਹੈ ਉਹ ਸਾਰਾ ਕੁਝ ਛੱਡਣਾ। ਜੋ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਪਸੰਦ ਆਏ, ਉਸ ਪਸੰਦ ਦਾ ਕੀ ਕਾਰਨ ਸੀ? ਉਹਨਾਂ ਦੇ ਆਪਣੇ ਬੱਚੇ ਹੱਥੀਂ ਪਾਲੇ ਉਹਨਾਂ ਨੂੰ ਪਸੰਦ ਨਹੀਂ ਆਏ। ਇਹਦੇ ਪਿੱਛੇ ਕੀ ਮੂਲ ਕਾਰਨ ਸੀ? ਉੱਥੇ ਹੋਰ ਵੀ ਬੜੇ ਗੁਰਸਿੱਖ ਸਨ, ਬਾਬਾ ਬੁੱਢਾ ਜੀ ਸਨ, ਭਾਈ ਮਰਦਾਨਾ ਜੀ ਸਨ, ਹੋਰ ਬਹੁਤ ਸਾਰੇ ਗੁਰਸਿੱਖ ਸਨ ਜਿਹੜੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਰਹੇ, ਜਿਨ੍ਹਾਂ ਦਾ ਜ਼ਿਕਰ ਉਹਨਾਂ ਦੀਆਂ ਸਾਖੀਆਂ 'ਚ ਆਉਂਦਾ ਹੈ। ਪਰ ਉਹਨਾਂ ਸਾਰਿਆਂ ਦੇ ਵਿੱਚੋਂ ਜੇ ਕੋਈ ਪਸੰਦ ਆਇਆ ਤੇ ਭਾਈ ਲਹਿਣਾ ਪਸੰਦ ਆਇਆ। ਉਹ ਕਿਉਂ? ਉਹ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਅੰਤਲੀ ਸਾਖੀ ਤੋਂ ਸਮਝ ਆਉਂਦਾ ਹੈ, ਜਿੱਥੇ ਗੁਰੂ ਨਾਨਕ ਸਾਹਿਬ ਉਹਨਾਂ ਦੀ ਅਖੀਰਲੀ ਪ੍ਰੀਖਿਆ ਲੈਂਦੇ ਨੇ ਕਿ ਇਸ ਮੁਰਦੇ ਨੂੰ ਖਾ। ਤਾਂ ਉਹ ਆਖਦਾ, ਮਹਾਰਾਜ ਕਿਸ ਪਾਸਿਓਂ ਖਾਵਾਂ, ਪੈਰਾਂ ਵਾਲੇ ਬੰਨਿਓ ਜਾਂ ਸਿਰ ਵਾਲੇ ਪਾਸਿਓਂ? ਇਹ ਉਹਨਾਂ ਦੀ ਅਖੀਰਲੀ ਪਰਖ ਸੀਗੀ। ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਲਹਿਣੇ ਤੋਂ ਅੰਗਦ ਕੀਤਾ ਸੀ। ਭਾਵ ਉਹਨਾਂ ਨੇ ਦੇਖਿਆ ਕਿ ਇਸ ਗੁਰਸਿੱਖ ਨੇ ਆਪਣੀ ਮਤ ਨੂੰ ਬਿਲਕੁਲ ਤਿਆਗ ਦਿੱਤਾ ਹੈ। ਇਸ ਕਰਕੇ ਉਹ ਸਭ ਤੋਂ ਵੱਧ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਸੰਦ ਆਏ। ਤੇ ਭਾਈ ਗੁਰਦਾਸ ਜੀ ਨੇ ਜਦੋਂ ਵਾਰਾਂ ਲਿਖੀਆਂ ਤੇ ਉਹਨਾਂ ਨੂੰ ਪੜ੍ਹੋ, ਤੁਹਾਨੂੰ ਹੈਰਾਨਗੀ ਹੋਏਗੀ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੀ ਅੰਸ਼ ਵੰਸ਼ ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਨਹੀਂ ਮੰਨਿਆ। ਭਾਈ ਗੁਰਦਾਸ ਨੇ ਗੁਰੂ ਨਾਨਕ ਦੀ ਅੰਸ਼ ਵੰਸ਼ ਭਾਈ ਲਹਿਣੇ ਨੂੰ ਮੰਨਿਆ, ਕਿਉਂਕਿ ਇੱਥੇ ਰਿਸ਼ਤੇ ਖੂਨ ਦੇ ਨਹੀਂ, ਇੱਥੇ ਰਿਸ਼ਤੇ ਜਿਹੜੇ ਹਨ ਉਹ ਮਤ ਦੇ ਨੇ, ਸੁਰਤ ਦੇ ਨੇ, ਇੱਥੇ ਰਿਸ਼ਤੇ ਅੰਦਰ ਦੇ ਨੇ। ਭਾਈ ਗੁਰਦਾਸ ਜੀ ਵਾਰਾਂ ਦੇ ਵਿੱਚ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ
ਅਗਾਂਹ ਬੱਚਾ ਲਿਖਿਆ ਗਿਆ। ਇਹੀ ਗੱਲ ਭੱਟ ਸਾਹਿਬਾਨਾਂ ਨੇ, ਇਹੀ ਗੱਲ ਗੁਰਸਿੱਖਾਂ ਨੇ ਪਵਿੱਤਰ ਬਾਣੀ ਦੇ ਵਿੱਚ ਲਿਖੀ, ਜਿੱਥੇ ਆਪਾਂ ਪੜ੍ਹਦੇ ਹਾਂ ਪਿਉ ਦਾਦੇ ਜੀਵੇ ਹਿਆ ਪੋਤਾ ਪ੍ਰਵਾਨ। ਉਥੇ ਰਿਸ਼ਤਾ ਬਣਾਇਆ ਗਿਆ। ਸੋ ਬੇਨਤੀ ਨੂੰ ਫੇਰ ਸਮਝਿਓ, ਸ਼ੁਰੂਆਤ ਕਰੀਏ ਅਸੀਂ ਕਿੱਥੋਂ ਕਿ ਅਸੀਂ ਆਪਣੀ ਮਨ ਦੀ ਮੱਤ ਨੂੰ ਤਿਆਗਣਾ। ਪਰ ਇਹ ਕੰਮ ਬੜਾ ਕਠਿਨ ਹੈ। ਇਹਨੂੰ ਗੁਰਦੇਵ ਨੇ ਖੰਡੇ ਦੀ ਧਾਰ ਤੇ ਚੱਲਣ ਦਾ ਬਰਾਬਰ ਤੁਲ ਆਖਿਆ ਹੈ। ਗੁਰਦੇਵ ਜ਼ਿਕਰ ਕਰਦੇ ਨੇ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਓ ਜੀਓ। ਦੂਜਾ ਪਾਓ ਦਾ ਮਤਲਬ ਹੈ ਦੂਸਰੇ ਪਾਸੇ ਝਾਕ ਰੱਖਣੀ। ਇਹਦੀ ਮੈਂ ਸੌਖੀ ਜੀ ਵਿਆਖਿਆ ਇਹ ਕਰਦਾ ਕਿ ਕਈ ਵਾਰ ਜਿਸ ਕੰਮ ਨੂੰ ਅਸੀਂ ਛੱਡ ਰਹੀਏ ਹੋਈਏ, ਉਹਦੇ ਬਾਰੇ ਕਈ ਵਾਰੀ ਸਾਡੇ ਮਨ 'ਚ ਆਉਂਦਾ ਕਿ ਕਿਤੇ ਇਹਨੂੰ ਛੱਡ ਕੇ ਨੁਕਸਾਨ ਹੀ ਨਾ ਹੋ ਜਾਏ। ਕਈ ਵਾਰੀ ਦੇਖਣਾ ਤੁਸੀਂ ਮਨ 'ਚ ਆਉਂਦਾ ਕਿ ਆਪਾਂ ਇਉਂ ਕਰ ਤਾਂ ਰਹੇ ਹਾਂ, ਕਿਤੇ ਇਹਦੇ ਨਾਲ ਨੁਕਸਾਨ ਹੀ ਨਾ ਹੋ ਜੇ ਜ਼ਿਆਦਾ। ਇਹ ਮਨ ਇਹ ਸਵਾਲ ਹਰ ਇੱਕ ਕੰਮ 'ਚ ਆਉਂਦਾ ਹੈ। ਇਹ ਜਿਹੜਾ ਸਵਾਲ ਹੈ, ਇਹ ਸ਼ੰਕਾ ਹਰ ਥਾਂ ਤੇ ਕੀ ਇਹ ਕੰਮ ਕਰਨ ਤੇ ਲੱਗੇ ਆ, ਪਰ ਇਹਦੇ ਨਾਲ ਕਿਤੇ ਸਾਡਾ ਬਹੁਤਾ ਨੁਕਸਾਨ ਹੀ ਨਾ ਹੋ ਜੇ। ਗੁਰਦੇਵ ਕਹਿੰਦੇ ਇਹ ਗੱਲ ਮਨ 'ਚੋਂ ਕੱਢ ਦੇ, ਇਸ ਗੱਲ ਨੂੰ ਮਨ 'ਚੋਂ ਪੁੱਟ ਦੇ। ਇਹਨੂੰ ਗੁਰਦੇਵ ਨੇ ਦੁਵਿਧਾ ਆਖਿਆ, ਇਹਨੂੰ ਗੁਰਦੇਵ ਨੇ ਦਾਲ ਆਖਿਆ। ਕਹਿੰਦੇ ਜਿਵੇਂ ਦਾਲ ਉੱਗ ਨਹੀਂ ਸਕਦੀ, ਸਮਝ ਲੈ ਇਸ ਅਵਸਥਾ ਦੇ ਵਿੱਚ ਤੇਰੇ ਅੰਦਰੋਂ ਕੁਝ ਪੈਦਾ ਨਹੀਂ ਹੋ ਸਕਦਾ। ਅਬ ਕਿਉਂ ਉਗਵੈ ਦਾਲ। ਇਹਨੂੰ ਗੁਰਦੇਵ ਨੇ ਦੋ ਨੌਕਾਵਾਂ ਦੇ ਵਿੱਚ, ਦੋ ਕਿਸ਼ਤੀਆਂ ਦੇ ਵਿੱਚ ਪੈਰ ਰੱਖਣ ਤੋਂ ਆਖਿਆ। ਕਹਿੰਦੇ ਜਿਹਨੇ ਦੋ ਕਿਸ਼ਤੀਆਂ 'ਚ ਪੈਰ ਰੱਖਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ। ਇਸ ਗੱਲ ਨੂੰ ਮਨੋਂ ਤਿਆਗ ਦੇ ਕਿ ਹੁਣ ਤੇਰਾ ਨੁਕਸਾਨ ਹੋਏਗਾ ਜਾਂ ਫਾਇਦਾ ਹੋਏ। ਇਸ ਗੱਲ ਨੂੰ ਤਿਆਗ। ਇਸੇ ਨੂੰ ਬਾਣੀ 'ਚ ਲਿਖਿਆ ਨਾ, ਇਸੇ ਨੂੰ ਬਾਣੀ 'ਚ ਲਿਖਿਆ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਇਸੇ ਨੂੰ ਲਿਖਿਆ ਕਿ ਹੁਣ ਭਾਵੇਂ ਕੋਈ ਇਹ ਆਖੇ ਕਿ ਭਾਈ ਤੇਰਾ ਇੰਨਾ ਨੁਕਸਾਨ ਹੋ ਜਾਣਾ ਹੀ, ਹੁਣ ਭਾਵੇਂ ਕੋਈ ਇਹ ਆਖੇ ਕਿ ਤੂੰ ਬੜਾ ਵਧੀਆ ਕੀਤਾ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਹੁਣ ਮੈਂ ਆਪਣੀ ਮਰਜ਼ੀ ਨਾਲ ਇਹ ਸਾਰਾ ਕੁਝ ਕਰ ਰਿਹਾ, ਆਪਣੇ ਆਪ ਤੋਂ ਕਰ ਰਿਹਾ। ਇਹ ਉਹੀ ਗੱਲ ਹੈ ਜਿਹੜੀ ਸਾਖੀ ਮੈਂ ਕਈ ਵਾਰ ਤੁਹਾਡੇ ਨਾਲ ਸਾਂਝੀ ਕੀਤੀ। ਜਦੋਂ ਭਾਈ ਲਹਿਣਾ ਜੀ ਨੂੰ ਆਖਿਆ, ਗੁਰੂ ਨਾਨਕ ਸਾਹਿਬ ਨੇ ਸ਼੍ਰੀ ਚੰਦ ਨੂੰ ਆਖਿਆ, ਲਖਮੀ ਦਾਸ ਨੂੰ ਆਖਿਆ, ਰੁੱਖ ਤੇ ਚੜ੍ਹ ਤੇ ਹਿਲਾ ਜਲੇਬੀਆਂ ਡਿੱਗਣਗੀਆਂ। ਹੁਣ ਅੰਦਰ ਦੀ ਰਮਜ ਨੂੰ ਬੰਦੇ ਨਹੀਂ ਪਹਿਚਾਣ ਪਾਏ। ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਸ਼ੱਕ ਹੀ ਕਰਦੇ ਰਹੇ ਕਿ ਇਹ ਬੁੱਢਾ ਹੋ ਗਿਆ। ਉਹ ਇਸ ਨਜ਼ਰੀਏ ਨਾਲ ਦੇਖ ਰਹੇ, ਉਹ ਦੂਜੇ ਭਾਅ ਨਾਲ ਦੇਖਦੇ ਰਹੇ। ਜਦੋਂ ਭਾਈ ਲੈਣਾ ਉੱਪਰ ਚੜ੍ਹਨ ਲੱਗਾ ਤੇ ਉਹਦਾ ਇਹੀ ਜਵਾਬ ਸੀ ਕਿ ਇਹ ਗੱਲ ਦਾ ਬਾਬੇ ਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ, ਤੇ ਇੱਥੇ ਬੈਠੇ ਹੋਰ ਬਹੁਤਿਆਂ ਨੂੰ ਵੀ ਪਤਾ ਕਿ ਇਹਦੇ ਤੋਂ ਜਲੇਬੀਆਂ ਨਹੀਂ ਡਿੱਗਣੀਆਂ। ਪਰ ਮਸਲਾ ਇੱਥੇ ਜਲੇਬੀਆਂ ਡਿੱਗਣ ਦਾ ਨਹੀਂ, ਮਸਲਾ ਗੁਰੂ ਨੇ ਕਿਹਾ ਤੇ ਸਿੱਖ ਨੇ ਮੰਨਣ ਦਾ ਹੈ। ਇਸ ਗੱਲ ਨੂੰ ਉਹ ਸਮਝਿਆ। ਇਹੀ ਗੱਲ ਹੈ ਕਿ ਹੁਣ ਤੂੰ ਇਸ ਮਸਲੇ 'ਚ ਨਾ ਪੈ ਕਿ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ। ਵਿਸਾਰੇ ਦੂਜਾ ਭਾਓ ਜੀਓ। ਕਹਿੰਦੇ ਇਉਂ ਭਾਵੇਂ ਹਰ ਦਰਸਾਵੜਾ। ਦਰਸਾਵੜਾ ਦਾ ਕਹਿੰਦੇ ਨੇ ਦਰਸ਼ਨ। ਇਵੇਂ ਤੈਨੂੰ ਉਹ ਸਪਸ਼ਟ ਦਰਸ਼ਨ ਹੋਣਗੇ ਜਿਸ ਚੀਜ਼ ਨੂੰ ਤੂੰ ਦੇਖਣਾ ਚਾਹੁੰਦਾ, ਜਿਹਨੂੰ ਤੂੰ ਮਹਿਸੂਸ ਕਰਨਾ ਚਾਹੁੰਦਾ, ਉਹ ਚੀਜ਼ ਬਿਲਕੁਲ ਤੇਰੇ ਸਾਹਮਣੇ ਆ ਜਾਏਗੀ। ਪਰ ਲੋੜ ਹੈ ਇਸ ਰਸਤੇ ਤੇ ਚੱਲਣ ਦੀ। ਨਾ ਲੱਗੇ ਤਤੀ ਵਾਓ ਜੀਓ। ਨਾਲੇ ਵੀ ਜ਼ਿਕਰ ਕਰ ਦਿੱਤਾ ਕਿ ਤੈਨੂੰ ਤੱਤੀ ਵਾਹ ਤੱਕ ਨਹੀਂ ਲੱਗੇਗੀ, ਭਾਵੇਂ ਇਹਦੇ 'ਚ ਤੇਰਾ ਕੋਈ ਨੁਕਸਾਨ ਨਹੀਂ ਹੋਏਗਾ। ਤੈਨੂੰ ਲੱਗੇਗਾ ਕਿ ਤੇਰਾ ਨੁਕਸਾਨ ਹੋ ਰਿਹਾ ਹੈ, ਪਰ ਹੋਏਗਾ ਨਹੀਂ। ਪਰ ਲੋੜ ਹੈ ਇਸ ਆਈ ਹੋਈ ਦੁਬਿਧਾ ਨੂੰ ਅੰਦਰੋਂ ਕੱਟਣ ਦੀ। ਗੁਰਦੇਵ ਜ਼ਿਕਰ ਕਰਦੇ, ਹਉ ਆਪੋਂ ਬੋਲ ਨਾ ਜਾਣਦਾ। ਕਿੱਡੀ ਕਮਾਲ ਦੀ ਗੱਲ ਕਹੀ। ਮੈਂ ਬੇਨਤੀ ਕਰਾਂ ਇਸ ਬਚਨ ਨੂੰ ਦੁਬਾਰਾ ਫੇਰ ਇਉਂ ਸਮਝੀਏ ਕਿ ਦੋ ਸਿੱਖ ਆਪਸ 'ਚ ਗੱਲ ਕਰ ਰਹੇ ਨੇ, ਪਰ ਜਿਹੜਾ ਸਿੱਖ ਜਵਾਬ ਦੇ ਰਿਹਾ ਉਹ ਕਹਿੰਦਾ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਇਹ ਗੱਲਾਂ ਜੋ ਮੈਂ ਕਹਿ ਰਿਹਾ ਵਾਂ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ। ਕਿਤੇ ਸੋਚੇ ਕਿ ਮੈਂ ਆਪਣੇ ਵੱਲੋਂ ਹੀ ਕਹੀ ਜਾ ਰਿਹਾ, ਨਹੀਂ। ਇਹ ਮੇਰੀਆਂ ਗੱਲਾਂ ਨਹੀਂ, ਇਹ ਗੁਰੂ ਦੀਆਂ ਗੱਲਾਂ ਨੇ। ਹਉ ਆਪੋਂ ਬੋਲ ਨਾ ਜਾਣਦਾ। ਕਿਤੇ ਸੋਚੇ ਕਿ ਇਹ ਤੇ ਆਪਣੇ ਮਨੋਂ ਹੀ ਕਹੀ ਜਾਂਦਾ ਹੈਗਾ। ਐ ਨਾ ਸੋਚੀ, ਇਹ ਗੁਰੂ ਦਾ ਹੁਕਮ ਹੀ ਜਿਹੜਾ ਮੈਂ ਤੈਨੂੰ ਦੱਸ ਰਿਹਾ ਵਾਂ। ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਮੈਂ ਸਾਰਾ ਹੁਕਮ ਹੀ ਕਿਹਾ ਹੀ। ਜਿਹੜਾ ਉੱਪਰ ਜਵਾਬ ਦਿੱਤਾ ਨਾ, ਤਿਆਗੇ ਮਨ ਕੀ ਮਤੜੀ, ਗੁਰ ਕਹਿ ਸੋ ਕਾਰ ਕਮਾਏ ਜੀਓ, ਵਿਸਾਰੇ ਦੂਜਾ ਭਾਓ ਜੀਓ। ਇਹ ਮੇਰੀ ਗੱਲ ਨਹੀਂ ਗੀ, ਇਹ ਗੁਰੂ ਦੀ ਗੱਲ ਆ। ਇਹ ਹੁਕਮ ਆ ਉਹਦਾ, ਇਹ ਉਹਦਾ ਹੁਕਮ ਆ ਗੁਰੂ ਦਾ। ਇਹਨੂੰ ਹੁਕਮ ਜਾਣੀ, ਮੇਰੀ ਗੱਲ ਨਾ ਜਾਣੀ। ਸੋ ਗੁਰਦੇਵ ਕਹਿੰਦੇ ਨੇ, ਕਹਿੰਦੇ ਮੈਂ ਕਹਿਆ ਸਭ ਹੁਕਮ ਆਓ ਜੀਓ,
ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਓ ਜਿਓ। ਗੁਰੂ ਨਾਨਕ ਨੇ ਜਦੋਂ ਮੇਰੇ ਤੇ ਪਸਾਓ ਕੀਤਾ, ਮੇਰੇ ਤੇ ਬਖਸ਼ਿਸ਼ ਕੀਤੀ, ਗੁਰੂ ਨੇ, ਪਸਾਓ ਦਾ ਮਤਲਬ ਹੈ ਬਖਸ਼ਿਸ਼। ਗੁਰੂ ਨਾਨਕ ਨੇ ਜਦੋਂ ਮੇਰੇ ਤੇ ਬਖਸ਼ਿਸ਼ ਕੀਤੀ ਹੈ, ਹਰ ਭਗਤ ਖਜ਼ਾਨਾ ਸੌਂਪਿਆ। ਮੈਨੂੰ ਉਹਨੇ ਭਗਤੀ ਦਾ ਖਜ਼ਾਨਾ ਸੌਂਪ ਦਿੱਤਾ। ਜਿਸ ਖਜ਼ਾਨੇ ਦੀ ਭਾਲ 'ਚ ਮੈਂ ਸੀ, ਉਹ ਉਹਨੇ ਮੇਰੀ ਝੋਲੀ ਦੇ ਵਿੱਚ ਪਾ ਦਿੱਤਾ ਹੈ। ਮੈਂ ਬਹੁੜ ਨਾ ਤ੍ਰਿਸ਼ਨਾ ਭੁੱਖੜੀ, ਮੈਨੂੰ ਹੁਣ ਤ੍ਰਿਸ਼ਨਾ ਨਹੀਂ ਰਹੀ, ਮੈਨੂੰ ਹੁਣ ਭੁੱਖ ਨਹੀਂ ਰਹੀ। ਬਹੁੜ ਨਾ ਤ੍ਰਿਸ਼ਨਾ ਭੁੱਖੜੀ, ਹੋਂ ਰੱਜਾ, ਮੈਂ ਰੱਜ ਗਿਆ ਹਾਂ, ਮੇਰੀ ਤ੍ਰਿਪਤੀ ਹੋ ਗਈ ਹੈ। ਹੋਂ ਰੱਜਾ ਤ੍ਰਿਪਤ ਅਗਾਏ ਜਿਓ, ਮੈਂ ਤ੍ਰਿਪਤ ਹੋ ਗਿਆ ਵਾਂ, ਮੈਂ ਅਗਾ ਗਿਆ ਵਾਂ। ਜੋ ਗੁਰ ਦਿਸੈ ਸਿਖੜਾ, ਲਾਸਟ 'ਚ ਅਖੀਰ 'ਚ ਫਿਰ ਕਿਹਾ, ਕਹਿੰਦੇ ਜੋ ਕੋਈ ਗੁਰੂ ਦਾ ਸਿੱਖ ਦਿਸੇ, ਤਿਸ ਨਿਮ ਨਿਮ ਲਾਗੋਂ ਪਾਏ ਜਿਓ। ਮੈਂ ਉਹਦੇ ਨਿਮ ਨਿਮ ਪੈਰ ਲੱਗਾ, ਭਾਵ ਬੜੀ ਨਿਮਰਤਾ ਦੇ ਨਾਲ ਉਹਦੇ ਕੋਲ ਬੈਠ ਕੇ ਗੁਰੂ ਦੀ ਉਹ ਗੱਲ ਪੁੱਛਾਂ ਜਿਹੜੀ ਅਸਲ 'ਚ ਗੁਰੂ ਦੀ ਗੱਲ ਹੈ। ਭਾਵ ਇੱਥੇ ਕਹਿਣ ਦਾ ਹੈ ਕਿ ਗੁਰਸਿੱਖ ਨੂੰ ਗੁਰਸਿੱਖ ਦੇ ਲਾਗਿਓ ਹੀ ਗੁਰੂ ਦੀ ਮੱਤ ਦੀ ਸਮਝ ਆਏਗੀ। ਇਸੇ ਨੂੰ ਗੁਰਦੇਵ ਨੇ ਸੰਗਤ ਆਖਿਆ, ਇੱਕ ਸਿੱਖ ਦੋਏ ਸਾਧ ਸੰਗਤ, ਕਿ ਦੋ ਜਾਣੇ ਬੈਠਣਗੇ ਤੇ ਸੰਗਤ ਹੈ। ਭਾਵ ਇੱਥਾ ਇਹਦਾ ਇਹ ਹੈ ਕਿ ਤੂੰ ਸੰਗਤ ਵਿੱਚੋਂ ਹੀ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਸਕਦਾ ਹੈ। ਕੱਲਾ ਤੂੰ ਕੀ ਹੋ ਸਕਦਾ ਹੈ, ਕਿਸੇ ਗਲਤ ਚੀਜ਼ ਨੂੰ ਵੀ ਸਹੀ ਮੰਨ ਸਕਦਾ ਹੈ, ਤੇ ਇਹ ਵੀ ਹੋ ਸਕਦਾ ਹੈ ਕਿ ਤੈਨੂੰ ਸਾਰੀ ਜ਼ਿੰਦਗੀ ਸਹੀ ਚੀਜ਼ ਦਾ ਪਤਾ ਵੀ ਨਾ ਲੱਗੇ। ਇਸ ਕਰਕੇ ਗੁਰੂ ਨੇ ਸਾਨੂੰ ਹਰ ਰੋਜ਼ ਸੰਗਤ ਕਰਨ ਦਾ, ਭਾਵੇਂ ਅਸੀਂ ਘਰ 'ਚ ਬੈਠੀਏ, ਭਾਵੇਂ ਅਸੀਂ ਬਾਹਰ ਬੈਠੀਏ, ਪਰ ਉਹਦੇ ਲਈ ਇੱਕ ਖਾਸ ਸਥਾਨ ਗੁਰਦੁਆਰਾ ਸਾਹਿਬ ਬਣਾਇਆ ਹੈ ਕਿ ਇੱਥੇ ਬੈਠ ਕੇ ਤੁਸੀਂ ਆਪਸ ਵਿੱਚ ਗੁਰੂ ਦੀ ਮੱਤ ਨੂੰ ਕਿਸੇ ਵੀ ਵੇਲੇ ਵਿਚਾਰ ਸਕਦੇ ਹੋ, ਗ੍ਰਹਿਣ ਕਰ ਸਕਦੇ ਹੋ, ਉਹਦੇ ਤੇ ਚਰਚਾ ਕਰ ਸਕਦੇ ਹੋ। ਇਹ ਖਾਸ ਸਥਾਨ ਜਿਹਨੂੰ ਗੁਰਦੇਵ ਨੇ ਪਹਿਲਾਂ ਧਰਮਸ਼ਾਲ ਆਖਿਆ, ਫਿਰ ਗੁਰਦੁਆਰਾ ਆਖਿਆ, ਗੁਰਦੁਆਰ ਆਖਿਆ, ਇਹ ਸਾਰੇ ਬਚਨ ਗੁਰਬਾਣੀ 'ਚ ਜ਼ਿਕਰ ਨੇ। ਸੋ ਫੇਰ ਦੁਬਾਰਾ ਤੋਂ ਮੈਂ ਬੇਨਤੀ ਕਰਦਾ, ਜੋ ਬਚਨ ਗੁਰੂ ਨੇ ਕਿਹਾ, ਜੋ ਗੁਰ ਦੀਸੈ ਸਿਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜਿਓ। ਇੱਥੇ ਮਤਲਬ ਇਹਦਾ ਇਹ ਨਾ ਸਮਝਣਾ ਕਿ ਅਸੀਂ ਕਿਸੇ ਗੁਰਸਿੱਖ ਦੇ ਪੈਰਾਂ ਤੇ ਮੱਥਾ ਟੇਕਣਾ, ਇਹ ਕਦੀ ਵੀ ਕਦਾ ਚਿੱਤ ਵੀ ਗੁਰੂ ਦਾ ਭਾਵ ਇਹ ਨਹੀਂ ਹੈ। ਮੈਂ ਫੇਰ ਬੇਨਤੀ ਕਰਾਂ, ਅਸੀਂ ਹਮੇਸ਼ਾ ਗੁਰੂ ਦੀ ਗੱਲ ਨੂੰ ਤੱਕੜੀ 'ਚ ਪਾਉਣਾ। ਗੁਰੂ ਨੇ ਤੱਕੜੀ ਰੱਖੀ ਹੈ। ਗੁਰੂ ਹਰ ਇੱਕ ਗੱਲ ਨਾਲ ਦੋ ਗੱਲਾਂ ਕਹਿੰਦਾ ਹੈ। ਜਿਵੇਂ ਇੱਥੇ ਇਹ ਕਹਿ ਦਿੱਤਾ ਕਿ ਗੁਰਸਿੱਖ ਦੇ ਪੈਰੀਂ ਲੱਗ, ਨਾਲ ਗੁਰੂ ਇਹ ਵੀ ਕਹਿੰਦਾ ਹੈ ਆਦੇਸ਼ ਤਿਸੈ ਆਦੇਸ਼। ਆਦੇਸ਼ ਦਾ ਮਤਲਬ ਵੀ ਹੈ ਪੈਰੀ ਲੱਗਣਾ। ਕਿਹਦੇ ਲੱਗਣਾ ਹੈ? ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇੱਥੇ ਮੁਹਾਵਰਾ ਹੈ, ਇਹ ਪੰਜਾਬੀ ਦਾ ਮੁਹਾਵਰਾ ਹੈ। ਨਿਮ ਨਿਮ ਪੈਰੀ ਲੱਗਣ ਦਾ ਭਾਵ ਹੈ ਕਿਸੇ ਦੇ ਲਾਗੇ ਪਿਆਰ ਸਹਿਤ ਬੈਠਣਾ, ਪਿਆਰ ਨਾਲ, ਮੁਹੱਬਤ ਨਾਲ ਉਹਦੇ ਕੋਲ ਬਹਿਣਾ, ਅੰਦਰੋਂ ਚਾਅ ਨਾਲ ਉਹਦੇ ਕੋਲ ਬਹਿਣਾ। ਉਹ ਚਾਅ ਅੱਜ ਤੁਹਾਨੂੰ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਉਹ ਚਾਅ ਸਾਡੇ ਅੰਦਰੋਂ ਜੋ ਅੱਜ ਦੇ ਸਾਧਨ ਨੇ ਉਹਨਾਂ ਨੇ ਧੀਰੇ ਧੀਰੇ ਖਤਮ ਕਰ ਦਿੱਤਾ ਹੈ। ਬੰਦਿਆਂ ਤੋਂ ਬੰਦਿਆਂ ਦੀ ਦੂਰੀ ਵਧੀ ਵੀ ਹੈ ਤੇ ਬੰਦਿਆਂ ਤੋਂ ਬੰਦਿਆਂ ਦੀ ਦੂਰੀ ਘਟੀ ਵੀ ਹੈ। ਵਧੀ ਇਸ ਤਰ੍ਹਾਂ ਹੈ ਕਿ ਬੰਦੇ ਆਪਸ 'ਚ ਇੱਕ ਦੂਜੇ ਕੋਲ ਸਰੀਰ ਕਰਕੇ ਜਾਂ ਪ੍ਰੇਮ ਕਰਕੇ ਬੈਠਣ ਤੋਂ ਅੱਜ ਗੁਰੇਜ਼ ਕਰਦੇ ਨੇ, ਪਰ ਸਾਧਨਾ ਰਾਹੀਂ, ਜਿਹੜਾ ਸਾਧਨ ਸਾਡੇ ਹੱਥ 'ਚ ਹੈ, ਉਹਦੇ ਰਾਹੀਂ ਅਸੀਂ ਸਾਰਾ ਦਿਨ ਬੰਦਿਆਂ ਦੇ ਕੋਲ ਵੀ ਰਹਿੰਦੇ ਹਾਂ। ਇਹ ਦੋ ਚੀਜ਼ਾਂ ਹੋਈਆਂ ਨੇ, ਇਹਦੇ ਨਾਲ ਬੜਾ ਕੁਝ ਫਰਕ ਪਿਆ ਹੈ। ਜੋ ਬੰਦਾ ਬੰਦੇ ਦੇ ਕੋਲ ਬਹਿੰਦਾ ਹੈ, ਉੱਥੇ ਬਹੁਤ ਸਾਰੀਆਂ ਗੱਲਾਂ ਆਪਸ ਵਿੱਚ ਪਿਆਰ ਵਾਲੀਆਂ, ਮੁਹੱਬਤ ਵਾਲੀਆਂ, ਇੱਕ ਦੂਜੇ ਨੂੰ ਪੁੱਛਦਾ। ਇਹ ਕੁਝ ਫਰਕ ਪਏ ਨੇ, ਮਾਨਸਿਕ ਫਰਕ ਪਏ ਨੇ, ਜਿਨ੍ਹਾਂ ਦਾ ਜ਼ਿਕਰ ਅਸੀਂ ਬਾਣੀ ਵਿੱਚੋਂ ਅੱਗੇ ਜਾ ਕੇ ਸਮਝਾਂਗੇ। ਇਹ ਚੀਜ਼ਾਂ ਗੁਰੂ ਨੇ ਬਾਣੀ 'ਚ ਖੋਲ੍ਹੀਆਂ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਮਹਿਰਮਤ ਕਰਨ, ਅਸੀਂ ਇਸ ਭਾਵ ਨੂੰ ਸਮਝੀਏ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ।
ਕਹਿ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ। ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੂ। ਘਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਆਜੇ ਕਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰਤਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਆਨੰਦ ਸੁਣੋ ਵੱਡ ਭਾਗੀ ਹੋ। ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ। ਸੁਣੀ ਸਚੀ ਬਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਾ ਭਰਪੂਰੇ। ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ